अपने सेवक की आपे राखे, आपे नाम जपावे, आपे नाम जपावे। गुरु रूप गुरु खालसा साध संगत जी सनिमर फतेह प्रवान करनी। वाहिगुरु जी का खालसा वाहिगुरु जी की फतेह। अज दे प्रसंग है अलंकार। आओ शुरू करिए। आप जी की कथा विच इन्ना रस सी, यथा बाणी उचरह साध जन, आम्यों चलहे झरने। ਜਿਹੜਾ ਇੱਕ ਵਾਰੀ ਸੁਣ ਲੈਂਦਾ ਫਿਰ ਜ਼ਿੰਦਗੀ ਭਰ ਨਾ ਭੁੱਲਦਾ ਤੇ ਮੁੜ ਮੁੜ ਕੇ ਜੀਵਨ ਉੱਚਾ ਕਰਦਾ। ਆਪ ਜੀ ਕੱਚੀ ਬਾਣੀ ਕਦੇ ਵੀ ਨਹੀਂ ਸਨ ਬੋਲਦੇ। ਸਭ ਦ੍ਰਿਸ਼ਟਾਂਤ ਪ੍ਰਮਾਣ ਗੁਰਬਾਣੀ ਤੇ ਪ੍ਰਵਾਨਿਤ ਬਾਣੀ ਵਿੱਚੋਂ ਹੀ ਦਿੰਦੇ। ਸਾਰੀਆਂ ਸਾਖੀਆਂ ਗੁਰ ਇਤਿਹਾਸ ਵਿੱਚੋਂ ਹੀ ਸੁਣਾਉਂਦੇ। कथा करदियां आप ऐने मस्त हो जाते कि शरीर का चेता ही भुल जाता। एक दिन विच ही वख-वख थावां ते कई कथा करदे। कथा पाठ सिमरन भजन उन्हां दा जीवन बन चुका सी। हर शब्द दे घट्टो घट्ट दो अर्थ जरूर करदे, एक अखरी ते दूजा अंतरीव अनुभवी, तां कि व्यवहारक अते परमार्थ दोवें रस्ते सिद्ध हो सकण। गूढ़ गोहज गुरबाणी दे आशे नूं ठेठ पंजाबी ते संखेप अखरां विच ऐसी निपुणता नाल सुणाउंदे कि वड्डे वड्डे विद्वान भी चकरत हो जाते। पर उस कथा दी पढ़ियां ते अनपढ़ियां नूं भी पूरी समझ पैंदी ते सारे ही मस्ती विच मानो झूलन लग पैंदे। खालसा जी कथा विच बहुत सोहणे सोहणे अलंकार सुना के अंतरीव घटाया करदे। पहले बिजली दा अलंकार। गुरबाणी इस जग मह चानण कर्म वसै मन आए। पहले पहल मनुख दे ने हनेरा दूर करन लई चानण दा यतन कीता तां पत्थर ते पत्थर मार के जां बांसां नूं रगड़ के अग कढदे सन। फिर होर तरक्की कीती। सरों जां तोरीए दे तेल पा के दीवे बालन लगे। उस तो अगे मिट्टी दे तेल दे दीवे, लालटेन ते वध तो वध गैस सन। पर उन्हां नाल भी हनेरा दूर ना होया। सब तो वधिया चानण बिजली द्वारा किया जा रहा है, जिस वर्गा पहले युगां विच कदे भी नहीं होया। यह चानण बड़ा साफ, धुएं तो बिना हवा हनेरे नाल भी नहीं जबुझदा। इस दी प्राप्ति वास्ते भाखड़ा डैम वाला बिजली घर बनाया गया। उस तो अगे वड्डे शहरां विच बिजली पहुँचाउण वास्ते छोटे छोटे शक्ति घर पावर हाउस बनाए गए। फिर थां थां ते खंबे गढ़ के दो तारां राहीं बिजली दी रौं पहुँचदी है। घरां विच मीटर ला के स्विच अते फिर अगे बल्ब लाईदा है। जिन्नी ज़्यादा ताकत दा बल्ब होवे उन्ना ही वध चानण हुंदा है। बल्ब विच जिहड़ी पतली तार फिलामेंट हुंदी है वो टुटी हुई नहीं होनी चाहिए। स्विच ठीक होवे, प्लग भी लगा होवे, वायरिंग ठीक कीती होवे तां घर जगमगा उठदा है। बल्ब विचों हवा कड्ढी हुंदी है। जेकर हवा होवे तां नहीं जगदा। ट्यूब भी साफ होवे फिर ही उस राही प्रकाश हुंदा है। इसे तरह अंदर अज्ञान दा कुप हनेरा है। एक बासुर नर पठ अवनीपा कमल बदन
ਬੁਲਵਾਏ ਸਮੀਪਾ, ਦਵੈ ਕਰ ਬੰਦੇ ਬਿਨੈ ਬਖਾਨੀ, ਦੀਨ ਦਇਆਲ ਦਾਸਨਗਤ ਦਾਨੀ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੁਰਬਾਰਦ। ਇੱਕ ਦਿਨ ਰਾਏ ਬੁਲਾਰ ਨੇ ਸਤਿਗੁਰੂ ਜੀ ਨੂੰ ਆਪਣੇ ਗ੍ਰਹਿ ਵਿਖੇ ਪਾਸ ਬੁਲਾ ਕੇ ਬਹੁਤ ਨਿਮਰਤਾ ਸਹਿਤ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਜੇ ਹਜੂਰ ਮੈਨੂੰ ਮੇਰਾ ਵਾਸਤਵ ਸਰੂਪ ਜਣਾ ਦਿਓ ਜੀ। ਮੈਂ ਕੀ ਹਾਂ ਜਾਣਿਆ ਨਹੀਂ ਜਾਂਦਾ। ਮੇਰੇ ਹਿਰਦੇ ਵਿੱਚ ਬਹੁਤ ਅਗਿਆਨ ਵੱਧ ਰਿਹਾ ਹੈ ਜੀ। ਕਈ ਸ੍ਰੇਸ਼ਟ ਮਤ ਵਾਲੇ ਕਹਿੰਦੇ ਹਨ ਕਿ ਅਗਿਆਨ ਹਨੇਰੇ ਵਰਗਾ ਹੈ, ਪਰ ਮੈਂ ਇਸ ਨੂੰ ਹਨੇਰੇ ਜੈਸਾ ਨਹੀਂ ਸਮਝਦਾ, ਕਿਉਂਕਿ ਹਨੇਰੇ ਵਿੱਚ ਆਪਣੇ ਤਨ ਦੀ ਸਾਰੀ ਸੋਝੀ ਹੁੰਦੀ ਹੈ, ਭਾਵੇਂ ਹੋਰ ਪਦਾਰਥ ਨਹੀਂ ਦਿਸਦੇ, ਪਰ ਅਗਿਆਨ ਸਾਰੀ ਹੀ ਸੁੱਧ ਗਵਾ ਦਿੰਦਾ ਹੈ, ਜਿਸ ਕਰਕੇ ਜੀਵ ਆਪਣਾ ਆਪ ਹੀ ਨਹੀਂ ਲੱਖ ਸਕਦਾ। ਤਾਂ ਤੇ ਹਨੇਰਾ ਇਸ ਜੈਸਾ ਨਹੀਂ, ਜਿਸ ਕਰਕੇ ਜੀਵ ਦੁਖੀ ਹਨ। ਇਹ ਇੱਕ ਬੜੇ ਘੁੱਪ ਹਨੇਰੇ ਤੋਂ ਵੱਧ ਹੈ। ਆਪ ਜੀ ਵਰਗਾ ਦੁਨੀਆ ਤੇ ਹੋਰ ਉਪਦੇਸ਼ਕ ਕੋਈ ਨਹੀਂ। ਇਸ ਵਾਸਤੇ ਹੈ ਕਿਰਪਾ ਨਿਧਾਨ, ਮੈਨੂੰ ਮੇਰਾ ਵਾਸਤਵ ਸਰੂਪ ਜਣਾ ਦਿਓ। ਤਾਂ ਸਤਿਗੁਰਾਂ ਨੇ ਧੁਰ ਕੀ ਬਾਣੀ ਦੁਆਰਾ ਉਪਦੇਸ਼ ਦੇ ਕੇ ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਕੇ ਨਿਹਾਲ ਕੀਤਾ ਸੀ। ਹਨੇਰਾ ਦੂਰ ਕਰਨ ਵਾਸਤੇ ਲੋਕਾਂ ਨੇ ਪੱਥਰ ਤੇ ਬਾਂਸ ਤੋਂ ਬੜੀ ਮਿਹਨਤ ਨਾਲ ਪ੍ਰਕਾਸ਼ ਕੱਢਣ ਦੀ ਨਿਆਈ ਸਿਮਰਤੀਆਂ ਦਾ ਗਿਆਨ ਪ੍ਰਾਪਤ ਕੀਤਾ। ਸਰੋਂ ਦੇ ਦੀਵੇ, 6 ਸ਼ਾਸਤਰਾਂ ਦਾ ਸਿਧਾਂਤ, ਮਿੱਟੀ ਦੇ ਤੇਲ ਦੇ ਦੀਵੇ ਤੇ ਲਾਲਟੇਨ, ਪੁਰਾਣ ਤੇ ਉਪਨਿਸ਼ਦਾਂ ਦਾ ਗਿਆਨ ਪ੍ਰਾਪਤ ਹੋਇਆ। ਗੈਸਾਂ ਦੇ ਚਾਨਣ ਦੀ ਨਿਆਈ ਵੇਦਾਂ ਦਾ ਗਿਆਨ ਹੈ, ਪਰ ਪੂਰਾ ਅਗਿਆਨ ਦਾ ਹਨੇਰਾ ਦੂਰ ਨਾ ਕਰ ਸਕੇ। ਯਥਾ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਵੇਦ ਕਤੇਬ ਇਫਤਰਾ ਭਾਏ, ਦਿਲ ਕਾ ਫਿਕਰ ਨਾ ਜਾਏ। ਜਦੋਂ ਕਲਯੁਗ ਦਾ ਬੜਾ ਭਿਆਨਕ ਸਮਾਂ ਆਇਆ ਤਾਂ ਜ਼ੁਲਮ, ਭਰਮ, ਵਹਿਮ ਤੇ ਅਗਿਆਨ ਦਾ ਘੁੱਪ ਹਨੇਰਾ ਹਰ ਪਾਸੇ ਛਾਇਆ ਹੋਇਆ ਸੀ। ਯਥਾ ਸੰਸਾਰ ਵਿਖਿਆ ਕੂਪ, ਤਮ ਅਗਿਆਨ ਮੋਹਤ ਕੂਪ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਇਹ ਹਨੇਰਾ ਸਰਬ ਜੀਆਂ ਦੇ ਹਿਰਦਿਆਂ ਵਿੱਚੋਂ ਦੂਰ ਕਰਨ ਵਾਸਤੇ ਅਕਾਲ ਪੁਰਖ ਦੇ ਸਰਗੁਣ ਸਰੂਪ ਸਤਿਗੁਰਾਂ ਨੇ ਗੁਰਬਾਣੀ ਰੂਪ ਬਿਜਲੀ ਦੁਆਰਾ ਗਿਆਨ ਦਾ ਪ੍ਰਕਾਸ਼ ਕਰਕੇ ਦੂਰ ਕੀਤਾ। ਇਹ ਬਾਣੀ ਭਾਖੜਾ ਡੈਮ ਰੂਪ ਧੁਰੋਂ ਸੱਚਖੁੰਡਾਂ ਆਈ। ਯਥਾ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਸ਼ਕਤੀ ਘਰ ਵਿੱਚ ਬਾਣੀ ਰੂਪੀ ਬਿਜਲੀ ਇਕੱਤਰ ਹੋਈ ਹੈ। 10 ਹੀ ਪਾਤਸ਼ਾਹੀਆਂ ਰੂਪ ਇੰਜੀਨੀਅਰਾਂ ਨੇ ਲਿਆਂਦੀ ਪ੍ਰਗਟਾਈ ਹੈ। ਗੁਰੂ ਘਰ ਦੇ 5 ਤਖਤ ਤੇ 4 ਧਾਮ ਇਸ ਦੇ ਮੁੱਖ ਅਸਥਾਨ ਹਨ। ਸਤਿਗੁਰੂ ਜੀ ਦੀਆਂ ਪੋਥੀਆਂ ਤੇ ਗੁਟਕੇ ਸਬ ਸਟੇਸ਼ਨ ਹਨ ਤੇ ਵੰਡਣ ਵਾਲੇ 5 ਪਿਆਰੇ ਹਨ। ਪਿੰਡ ਪਿੰਡ ਟਰਾਂਸਫਾਰਮਰ ਗੁਰੂ ਕੀ ਸੰਗਤ ਹੈ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਵਾਰ 41। ਤਨ ਮਨ ਧਨ ਸਤਿਗੁਰਾਂ ਨੂੰ ਅਰਪਣ ਰੂਪ ਜਿਨ੍ਹਾਂ ਨੇ ਸਿਕਿਉਰਿਟੀ ਜਮ੍ਹਾਂ ਕਰਾਈ,
ਅਰਦਾਸ ਰੂਪ ਅਰਜੀ ਦਿੱਤੀ। ਸਿੱਖੀ ਧਾਰਨੀ ਅਥਵਾ ਗੁਰਮਤਿ ਧਾਰਨ ਰੂਪ ਮਨਜ਼ੂਰੀ ਲੈ ਲੈਣੀ। ਨਿਸ਼ਚੈ ਰੂਪ ਖੰਭ ਕੱਢੇ, ਨਿਸ਼ਚੈ ਰੂਪ ਖੰਭ ਗੱਡੇ। ਪੰਜਾਂ ਕਕਾਰਾਂ ਦੀ ਰਹਿਤ ਪੋਜ਼ਿਟਿਵ, ਕੁਰਹਿਤਾਂ ਦੇ ਤਿਆਗ ਨੈਗੇਟਿਵ। ਹਿਰਦੇ ਨੂੰ ਪਵਿੱਤਰ ਕਰਨ ਰੂਪ ਮੀਟਰ ਲੱਗਾ ਹੈ। ਸ਼ਰਧਾ ਦੀ ਸਵਿੱਚ, ਦ੍ਰਿੜ ਵੈਰਾਗ ਰੂਪ ਪੱਕੀ ਵਾਇਰਿੰਗ ਕੀਤੀ ਹੈ। ਮਨ ਰੂਪੀ ਬਲਬ ਹੈ ਤੇ ਵਾਸ਼ਨਾ ਤੋਂ ਰਹਿਤ ਕਰਨ ਰੂਪ ਇਸ ਵਿੱਚੋਂ ਹਵਾ ਕੱਢਣੀ ਹੈ। ਇਸ ਵਿੱਚ ਪ੍ਰੀਤੀ ਰੂਪੀ ਫਿਲਾਮੈਂਟ ਭਾਵ ਬਲਬ ਦੇ ਅੰਦਰ ਦੀ ਤਾਰ ਵੀ ਠੀਕ ਹੋਵੇ। ਆਤਮਾ ਵਿਸ਼ੈਣੀ ਬੁੱਧੀ ਰੂਪੀ ਟਿਊਬ ਵੀ ਠੀਕ ਹੋਵੇ, ਜੋ ਦੋ ਪਾਸਿਆਂ ਦੀਆਂ ਤਾਰਾਂ ਨੂੰ ਪਲੱਗ ਜੋੜਦਾ ਹੈ। ਇੱਧਰ ਹੋਏ ਇਕੱਤਰ ਮਿਲਹੋ ਮੇਰੇ ਭਾਈ, ਦੁਬਦਾ ਦੂਰ ਕਰਹੋ ਲਿਵਲਾਈ ਲਿਵਲਾਏ। ਮਨ ਮੇਲੀ ਕਰ ਮੇਲ ਮਿਲੰਦੇ। ਮੇਨ ਸਵਿੱਚ ਸੁਰਤ ਨੂੰ ਸ਼ਬਦ ਵਿੱਚ ਜੋੜਨਾ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਤੋਂ, ਸੱਚਖੰਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਨੈਕਸ਼ਨ ਭਾਵ ਜੋੜ ਲੈ ਕੇ ਗੁਰਬਾਣੀ ਰੂਪੀ ਬਿਜਲੀ ਦੀ, ਜੈਸੇ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਗੁਰਮੁਖ ਰੋਮ ਰੋਮ ਹਰ ਧਿਆਵੈ। ਜਮਾ ਪੋਜ਼ਿਟਿਵ ਨਫੀ ਨੈਗੇਟਿਵ ਦੁਆਰਾ ਦੋ ਤਾਰਾਂ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਤੇ ਚਾਰ ਕੁਰੈਤਾਂ ਤੋਂ ਬਚਨ ਰੂਪ ਅਜੱਪਾ ਜਾਪ ਨਾ ਵਿਸਰੈ ਆਦ ਜੁਗਾਦੀ, ਅਜੱਪਾ ਜਾਪ ਨਾ ਵਿਸਰੈ ਆਦ ਜੁਗਾਦ ਸਮਾਏ। ਬੂੰਦ ਕਹਾ ਤਿਆਗ ਚਾਤਰਿਕ ਮੀਨ ਰਹਿਤ ਨਾ ਕਰੀ, ਗੁਣ ਗੋਪਾਲ ਉਚਰ ਰਸਨਾ ਸਦਾ ਗਾਈਏ ਅਨਦਿਨੋ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬਿਜਲੀ ਦੀ ਇਹ ਰੌਂ ਦਾ ਚੱਲਣਾ ਹੈ। ਸ਼ਰਧਾ ਰੂਪ ਸਵਿੱਚ ਦਬਾ ਕੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜੈਸੇ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਫਿਰ ਵਾਸ਼ਨਾ ਰੂਪੀ ਪਾਉਣ, ਮੋਹ ਸੰਬੰਧੀ ਬ੍ਰਿਤੀ ਰੂਪੀ ਬੱਦਲ ਤੇ ਪਦਾਰਥਾਂ ਦੀ ਇੱਛਾ ਰੂਪੀ ਝੱਖੜ ਵਗਣ ਤੋਂ ਮਨ ਡੀਗ ਡੋਲ ਨਾ ਜਾਏ ਕਤ ਹੀ। ਮਨ ਵਿੱਚ ਫਰਕ ਨਹੀਂ ਪੈਂਦਾ। ਜਿੰਨੀ ਵੱਡੀ ਤਾਕਤ ਦਾ ਬਲਬ ਹੋਵੇ ਓਨਾ ਹੀ ਵੱਧ ਉਸ ਦਾ ਪ੍ਰਕਾਸ਼ ਹੁੰਦਾ ਹੈ। ਜਿੰਨਾ ਮਨ ਸਾਧਨ ਸੰਪੰਨ ਹੋਵੇਗਾ ਉਤਨਾ ਹੀ ਵੱਧ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਜਿੰਨੀ ਵੱਡੀ ਬਲਬ ਦੀ ਤਾਕਤ ਹੋਵੇਗੀ ਓਨੀ ਹੀ ਬਿਜਲੀ ਦੀ ਬਹੁਲਤਾ ਨੂੰ ਚੱਲ ਸਕੇਗਾ। ਇਸ ਤਰ੍ਹਾਂ ਜਿੰਨੀ ਹੀ ਜਰਨ ਸ਼ਕਤੀ ਵੱਧ ਹੋਵੇਗੀ ਓਨਾ ਹੀ ਕਰਾਮਾਤ ਆਦਿ ਵਿਖਾਉਣ ਤਾਂ ਬਚਿਆ ਰਹੇਗਾ। ਜੈਸੇ ਕਾਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ। ਸੋ ਵੱਧ ਕਰੰਟ ਹੋਣ ਤੋਂ ਬਲਬ ਫਿਊਜ਼ ਹੋਣ ਦਾ ਡਰ ਰਹਿੰਦਾ ਹੈ। ਇੱਧਰ ਸ਼ਕਤੀ ਹੋਣ ਤੇ ਮਨ ਦੇ ਹੰਕਾਰੇ ਹੋਣ ਦਾ ਡਰ ਰਹਿੰਦਾ ਹੈ। ਇੱਕ ਅਰਥ ਧਰਤੀ ਦੀ ਤਾਰ ਹੁੰਦੀ ਹੈ। ਬਿਜਲੀ ਵੱਧ ਹੋਵੇ ਤਾਂ ਉਸ ਨੂੰ ਕਾਬੂ 'ਚ ਰੱਖਦੀ ਹੈ। ਇੱਧਰ ਦੁੱਖ ਸੁੱਖ ਵਿੱਚ ਇੱਕੋ ਜਿਹੀ ਬਿਰਤੀ ਰੱਖਣੀ, ਇਹ ਅਰਥ ਕਰਨਾ ਹੈ। ਜਾਂ ਸੁਖ ਤਾ ਸਹੁਰਾਵਿਓ, ਦੁੱਖ ਭੀ ਸੰਭਾਲਿਓ। ਨਾਨਕ ਕਹੈ ਸਿਆਣੀਐ, ਨਾਨਕ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਏ। ਫਿਰ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਜਾਈਦਾ ਹੈ। ਹੁਣ ਸਰੀਰ ਦਾ ਅਲੰਕਾਰ। ਹਰਿਮੰਦਰ ਇਹੋ ਸਰੀਰ ਹੈ। ਗਿਆਨ ਰਤਨ
ਪ੍ਰਗਟ ਹੋਏ। ਇੱਕ ਵਾਰੀ ਇੱਕ ਰਾਜੇ ਨੇ ਆਪਣੀ ਪ੍ਰਜਾ ਦੇ ਲੋਕਾਂ ਨਾਲ ਇਹ ਪ੍ਰਣ ਕੀਤਾ, ਸਾਰੇ ਆਪੋ ਆਪਣੇ ਮੰਦਰ ਸਜਾਓ। ਜਿਸ ਦਾ ਮੰਦਰ ਮੇਰੇ ਪਸੰਦ ਆ ਗਿਆ, ਉੱਥੇ ਮੈਂ ਆਪਣਾ ਨਿਵਾਸ ਕਰਕੇ ਆਪਣਾ ਰਾਜ ਤਖਤ ਉਸ ਨੂੰ ਸਦਾ ਵਾਸਤੇ ਦੇ ਦੇਵਾਂਗਾ। ਪਰ ਜਿਸ ਦਾ ਮੰਦਰ ਭੱਜਾ ਟੁੱਟਾ ਗੰਦਾ ਮੰਦਾ ਢੱਠਿਆ ਹੋਇਆ ਹੋਵੇਗਾ, ਉਸ ਨੂੰ ਪਕੜ ਕੇ ਉਜਾੜ ਵਿੱਚ ਛੱਡਿਆ ਜਾਵੇਗਾ। ਇਹ ਸੁਣ ਕੇ ਸਾਰੇ ਲੋਕ ਚਿੱਤ ਵਿੱਚ ਬੜੇ ਪ੍ਰਸੰਨ ਹੋਏ, ਲੱਗੇ ਆਪੋ ਆਪਣੇ ਘਰ ਸੰਵਾਰਨ। ਰਾਜੇ ਨੇ ਪ੍ਰਜਾ ਦਾ ਸਿਦਕ ਪਰਖਣ ਵਾਸਤੇ ਜਾਣ ਬੁੱਝ ਕੇ ਕੁਝ ਦੇਰ ਲਾ ਦਿੱਤੀ। ਉਸ ਸਮੇਂ ਕਈਆਂ ਨੇ ਚਿੱਤ ਵਿੱਚ ਖਿਆਲ ਕੀਤਾ, ਰਾਜੇ ਨੂੰ ਕਈ ਤਰ੍ਹਾਂ ਦੇ ਕਾਰ ਵਿਹਾਰ ਪ੍ਰਬੰਧ ਦੇ ਰੁਝੇਵੇਂ ਹੋਣ ਕਾਰਨ ਸ਼ਾਇਦ ਆਪਣਾ ਪ੍ਰਣ ਭੁੱਲ ਹੀ ਗਿਆ ਹੋਵੇ, ਆਵੇ ਹੀ ਨਾ। ਇਉਂ ਜਾਣ ਕੇ ਕਈਆਂ ਨੇ ਆਪਣੇ ਮੰਦਰਾਂ ਵਿੱਚ ਪਸ਼ੂ ਬੰਨਣੇ ਸ਼ੁਰੂ ਕਰ ਦਿੱਤੇ, ਗੋਹੇ ਪਿਸ਼ਾਬ ਨਾਲ ਖਰਾਬ ਕਰ ਦਿੱਤੇ। ਕਈਆਂ ਨੇ ਅੰਦਰ ਅੰਗੀਠੀਆਂ ਚੁੱਲ੍ਹੇ ਭੱਠੀਆਂ ਬਣਾ ਕੇ ਧੂਏ ਨਾਲ ਕਾਲੇ ਕਰ ਦਿੱਤੇ। ਕਈਆਂ ਨੇ ਦਰਵਾਜ਼ੇ ਭੰਨ ਦਿੱਤੇ, ਰੋਸ਼ਨਦਾਨ ਤੇ ਕਲਸ਼ ਤੋੜ ਭੰਨ ਦਿੱਤੇ। ਪਰ ਇੱਕ ਐਸੇ ਸੂਝਵਾਨ ਸ਼ਰਧਾਲੂ ਆਗਿਆਕਾਰੀ ਵੀ ਸਨ, ਜਿਨ੍ਹਾਂ ਦੇ ਮਨ ਵਿੱਚ ਨਿਸ਼ਚਾ ਸੀ ਕਿ ਰਾਜਾ ਸਾਹਿਬ ਬੜੇ ਧਰਮੀ, ਨਿਆਂਕਾਰੀ, ਬਚਨ ਦੇ ਸੱਚੇ ਤੇ ਜੀਵਨ ਦੇ ਸੁੱਚੇ ਹਨ। ਉਹਨਾਂ ਨੂੰ ਆਪਣੇ ਪ੍ਰਣ ਦਾ ਚੇਤਾ ਤਾਂ ਜ਼ਰੂਰ ਹੋਵੇਗਾ, ਪਰ ਰਾਜ ਪ੍ਰਬੰਧ ਦੇ ਰੁਝੇਵੇਂ ਕਰਕੇ ਕੁਝ ਦੇਰ ਹੋ ਗਈ ਹੈ। ਹੁਣ ਰਾਜਾ ਸਾਹਿਬ ਜ਼ਰੂਰ ਆਉਣਗੇ। ਉਸ ਦੀ ਉਡੀਕ ਵਿੱਚ ਸੋਹਣੇ ਪਲੰਘ ਉੱਪਰ ਸੋਹਣੀ ਤਲਾਈ ਤੇ ਵਿਛਾਈ, ਸੋਹਣਾ ਸਰਾਣਾ, ਸਿਰਪੋਸ਼, ਸੋਹਣੇ ਸੁਗੰਧੀ ਵਾਲੇ ਫੁੱਲ ਤੇ ਤੋਤੇ ਲਟਕਾਏ, ਸੇਜਾਂ ਦੇ ਚਾਰੇ ਪਾਸੇ ਕੱਸ ਕੇ ਵੱਟ ਕੱਢੇ ਤੇ ਬਹੁਤ ਸਫਾਈ ਨਾਲ ਵਿਛਾਈ ਕੀਤੀ। ਕੋਲ ਦੀਵੇ ਦਾ ਪ੍ਰਕਾਸ਼ ਕਰਕੇ ਰਾਜੇ ਦੇ ਆਉਣ ਦੀ ਉਡੀਕ ਵਿੱਚ ਉਸ ਦਾ ਕੀਰਤਨ ਜਸ ਕਰ ਰਹੇ ਹਨ। ਰਾਜੇ ਨੂੰ ਆਪਣੇ ਬਚਨ ਦਾ ਚੇਤਾ ਆਇਆ। ਸਾਰਿਆਂ ਦੇ ਮੰਦਰ ਵੇਖਣ ਵਾਸਤੇ ਆਪਣੇ ਵਜ਼ੀਰ, ਅਹਿਲਕਾਰ ਤੇ ਪੁਲਿਸ ਨੂੰ ਨਾਲ ਲੈ ਕੇ ਤੁਰਿਆ। ਜਦੋਂ ਜਾ ਕੇ ਇਹਨਾਂ ਸਾਰਿਆਂ ਦੇ ਭੰਨੇ ਤੋੜੇ ਤੇ ਖਰਾਬ ਕੀਤੇ ਮੰਦਰ ਤੱਕੇ, ਤਾਂ ਰਾਜੇ ਨੇ ਖਫੇ ਹੋ ਕੇ ਉਹਨਾਂ ਸਾਰਿਆਂ ਨੂੰ ਕੈਦ ਵਿੱਚ ਬੰਦ ਕਰ ਦਿੱਤਾ। ਪਰ ਜੋ ਮਾਈ ਭਾਈ ਰਾਜੇ ਦੇ ਦਰਸ਼ਨਾਂ ਦੇ ਚਾਹਵਣ ਸਨ ਤੇ ਉਡੀਕ ਰਹੇ ਸਨ, ਉਹਨਾਂ ਦੀ ਭਾਵਨਾ ਤੇ ਮੰਦਰ ਬੜਾ ਸੱਜਿਆ ਧੱਜਿਆ ਸੀ। ਉਹ ਘਰ ਪਸੰਦ ਕਰਕੇ ਉਸ ਸੇਜਾ ਤੇ ਆਪ ਬੈਠੇ ਅਤੇ ਆਪਣੇ ਰਾਜ ਭਾਗ ਦਾ ਤਖਤ ਸਦਾ ਲਈ ਉਹਨਾਂ ਨੂੰ ਬਖਸ਼ਿਆ। ਇਹ ਹੈ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਇਸ ਪ੍ਰਕਾਰ ਹੈ। ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਪਰਮੇਸ਼ਰ ਹੈ। ਯਥਾ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਸਾਰਿਆਂ ਦਾ ਮਾਲਕ ਸੱਚਾ ਪਾਤਸ਼ਾਹ ਮਹਾਰਾਜਾ ਅਕਾਲ ਪੁਰਖ ਆਪ ਹੈ। ਉਸ ਨੇ ਸਾਰੇ ਜੀਵਾਂ ਨੂੰ ਸਰੀਰ ਰੂਪੀ ਮੰਦਰ ਦਿੱਤੇ ਹਨ ਤੇ ਪ੍ਰਣ ਕਰਾਇਆ ਹੈ ਕਿ ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਸੰਭਾਲ ਕੇ ਰੱਖੇਗਾ, ਜਿਸ ਦਾ ਮੰਦਰ ਭਾਵ ਸਰੀਰ ਸਾਡੇ ਪਸੰਦ ਆ ਗਿਆ, ਉਸ ਦੇ ਪਵਿੱਤਰ ਹਿਰਦੇ ਨੂੰ ਆਪਣਾ ਤਖਤ ਬਣਾ ਕੇ ਉੱਥੇ ਆਪਣਾ ਨਿਵਾਸ ਕਰਕੇ ਉਸ ਨਿਰਮਲ ਚਿੱਤ ਆਗਿਆਕਾਰੀ ਨੂੰ ਆਪਣੇ ਸਰੂਪ ਰੂਪੀ ਤਖਤ ਦਾ ਸਦਾ ਵਾਸਤੇ ਮਾਲਕ ਬਣਾ ਦੇਵਾਂਗੇ। ਇਹ ਬਚਨ ਸੁਣ ਕੇ ਸਾਰੇ ਪ੍ਰਾਣੀ ਮਾਤਰ ਬੜੇ ਪ੍ਰਸੰਨ ਹੋਏ, ਲੱਗੇ ਆਪਣੇ ਸਰੀਰਾਂ ਤੇ ਮਨਾਂ ਨੂੰ ਸੰਵਾਰਨ ਅਤੇ ਰਾਜੇ ਨੂੰ ਉਡੀਕਣ। ਪਰ ਉਹਨਾਂ ਦਾ ਸਿਦਕ ਪਰਖਣ ਵਾਸਤੇ ਪਰਮੇਸ਼ਰ ਨੇ ਕੁਝ ਦੇਰ ਲਾਈ।
ਕਈ ਬੇਸਿਦਕੇ ਲੋਕਾਂ ਨੇ ਇਹ ਕਹਿ ਕੇ ਇਹ ਜਗ ਮਿੱਠਾ ਅਗਲਾ ਕਿਨ ਡਿਠਾ, ਖਾਓ ਪੀਓ ਹੰਡਾਓ 4 ਦਿਨ ਜੀਵਨ ਹੈ, ਐਸ਼ ਲੈ ਲਓ ਵਿਸ਼ੇ ਸੁਖ ਮਾਣੋ, ਫਿਰ ਤਾਂ ਮਰ ਹੀ ਜਾਣਾ ਹੈ। ਉਹਨਾਂ ਨੇ ਹਿਰਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪ ਪਸ਼ੂ ਬੰਨ ਲਏ। ਦੂਜਿਆਂ ਨੇ ਤੰਬਾਕੂ ਪੀ ਪੀ ਕੇ ਧੂਏ ਨਾਲ ਅੰਦਰ ਕਾਲਾ ਕਰ ਲਿਆ। ਮੂੰਹ ਵਿੱਚੋਂ ਵਿਸ਼ਟਾ ਨਾਲੋਂ ਵੀ ਭੈੜੀ ਬਦਬੂ ਆਉਣ ਲੱਗੀ। ਮੂੰਹ ਸਰੀਰ ਦਾ ਦਰਵਾਜ਼ਾ ਹੈ। ਜਿਵੇਂ ਦਰਵਾਜ਼ੇ ਰਾਹੀਂ ਪ੍ਰਵੇਸ਼ ਹੋ ਕੇ ਅੰਦਰਲੀਆਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ, ਇਸੇ ਤਰ੍ਹਾਂ ਜੋ ਚੀਜ਼ ਮੁੱਖ ਵਿੱਚ ਪਾਈਏ ਉਸ ਦਾ ਸਾਰੇ ਸਰੀਰ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਇਸ ਲਈ ਮੁੱਖ ਸਰੀਰ ਰੂਪੀ ਮੰਦਰ ਦਾ ਦਰਵਾਜ਼ਾ ਮੰਨਿਆ ਹੈ। ਕਈ ਬੇਸਮਝ ਲੋਕਾਂ ਨੇ ਮੂੰਹ ਦਾੜਾ ਮੁਸ਼ਹਿਰੇ ਮੁੰਨਣ ਰੂਪ ਦਰਵਾਜ਼ੇ ਹੀ ਢਾ ਦਿੱਤੇ। ਕਈਆਂ ਨੇ ਨੇਤਰਾਂ ਦੇ ਭਰਵੱਟੇ ਬਣਾ ਕੇ ਰੋਸ਼ਨਦਾਨਾਂ ਨੂੰ ਹੀ ਤੋੜ ਭੰਨ ਦਿੱਤਾ। ਕਈਆਂ ਨੇ ਸਿਰ ਦੇ ਕੇਸ ਜੂੜਾ ਜੋ ਕਲਸ ਦੀ ਨਿਆਈ ਸਭ ਤੋਂ ਉੱਚਾ ਸੀ, ਕੇਸਾਂ ਨੂੰ ਘਟਾਉਣ ਰੂਪੀ ਕਲਸ ਨੂੰ ਕੱਟ ਦਿੱਤਾ। ਪਰਮੇਸ਼ਰ ਨੇ ਇਹ ਵੇਖ ਕੇ ਕਿ ਮੇਰੇ ਰਹਿਣ ਵਾਲੇ ਮੰਦਰ ਨੂੰ ਇਹਨਾਂ ਨੇ ਭੰਨ ਤੋੜ ਕੇ ਢਾਹ ਕੇ ਬਰਬਾਦ ਕਰ ਦਿੱਤਾ ਹੈ। ਇਸ ਲਈ ਸਭ ਨੂੰ 84 ਲੱਖ ਜੂਨ ਵਿੱਚ ਪਾ ਦਿੱਤਾ। ਪਰ ਇੱਕ ਉਹ ਸਿਦਕੀ ਲੋਕ ਪਰਮੇਸ਼ਰ ਰਾਜੇ ਦੀ ਉਡੀਕ ਵਿੱਚ ਸਨ। ਉਹਨਾਂ ਨੇ ਸਰੀਰ ਰੂਪ ਮਕਾਨ ਸਵਾਰ ਕੇ ਰੱਖੇ। ਯਥਾ ਸਾਬਤ ਸੂਰਤ ਦਸਤਾਰ ਸਿਰਾ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਾਬਤ ਸੂਰਤ ਰਹੇ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ, ਹੀਰਾ ਕਿਸ ਕਾ ਬਾਪੁਰਾ, ਪੂਜਹਿ ਨ ਰਤਨ ਕਰੋੜ। ਭਾਵ ਜਿਵੇਂ ਮਾਤਾ ਦੇ ਗਰਭ ਤੋਂ ਸਰੀਰ ਰੂਪੀ ਪੇੜ ਪੈਦਾ ਹੋਇਆ ਹੈ, ਉਸੇ ਤਰ੍ਹਾਂ ਓੜਕ ਤੱਕ ਸਾਬਤ ਸੂਰਤ ਨਿਭ ਜਾਵੇ ਤਾਂ ਹੀਰਾ ਮਨੁੱਖਾ ਜਨਮ ਕੀ, ਕਰੋੜਾਂ ਰਤਨ ਦੇ ਦੇਵ ਦੇਹੀਆਂ ਵੀ ਉਸ ਦੇ ਮੁਕਾਬਲੇ ਪੁੱਜ ਨਹੀਂ ਸਕਦੀਆਂ। ਉਹਨਾਂ ਨੇ ਅੰਤःਕਰਨ ਮਨ ਬੁੱਧ ਚਿੱਤ ਹੰਕਾਰ ਦਾ ਪਲੰਗ ਬਣਾ ਕੇ ਇਹਨਾਂ ਦੀਆਂ ਬ੍ਰਿਤੀਆਂ ਸੇਰਵੇ ਤੇ ਬਾਹੀਆਂ ਬਣਾ ਕੇ ਪ੍ਰੇਮ ਦੇ ਵਾਣ ਨਾਲ ਬੁਣ ਕੇ ਉੱਪਰ ਤੁਲਤਾ ਦੀ ਤੁਲਾਈ ਸਮਤਾ ਦੀ ਵਿਛਾਈ ਮਹਾਵਾਕਾਂ ਦੇ ਸੇਜਬੰਦ ਵਿਸ਼ਿਆਂ ਦਾ ਤਿਆਗ ਰੂਪ ਫੁੱਲ ਸੱਤ ਸੰਤੋਖ ਦੇ ਤੋਤੇ ਲਟਕਾਏ ਸ਼ਬਦ ਰੂਪੀ ਦੇਵੇ ਦਾ ਪ੍ਰਕਾਸ਼ ਕੀਤਾ। ਯਥਾ ਸਤਿਗੁਰ ਸ਼ਬਦ ਉਜਾਰੋ ਦੀਪਾ, ਭਗਤੀ ਦਾ ਸਿਰ ਪੋਸ ਹੰਕਾਰ ਦੀ ਨਿਵਰਤੀ ਸਰਾਣਾ ਬਣਾ ਕੇ ਉਸ ਰਾਜੇ ਦੀ ਯਾਦ ਵਿੱਚ ਕੀਰਤਨ ਕਰ ਰਹੇ ਹਨ। ਯਥਾ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੈ ਖੜੀ ਤੱਕਾ ਮੈਂ, ਮਨ ਚਾਓ ਕਨੇਰਾ ਰਾਮ। ਐਸੇ ਸ਼ਰਧਾਲੂਆਂ ਦੇ ਪਵਿੱਤਰ ਹਿਰਦੇ ਵਿੱਚ ਆਪਣਾ ਨਿਵਾਸ ਕਰਕੇ ਉਹਨਾਂ ਗੁਰਮੁਖਾਂ ਨੂੰ ਸਰੂਪ ਰੂਪ ਤਖਤ ਦੇ ਮਾਲਕ ਸਦਾ ਵਾਸਤੇ ਬਣਾ ਦਿੱਤਾ। ਯਥਾ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਤਥਾ ਦਾਸ ਕਮੀਰ ਚੜਿਓ ਗੜ ਉਪਰ, ਰਾਜ ਲਿਓ ਅਬਿਨਾਸੀ। ਸੋ ਗੁਰੂ ਰੂਪ ਖਾਲਸਾ ਜੀ, ਇਹ ਸੀ ਬਿਜਲੀ ਦਾ ਅਲੰਕਾਰ ਤੇ ਸਰੀਰ ਦਾ ਅਲੰਕਾਰ ਜੋ ਮਹਾਂਪੁਰਖ ਬਹੁਤ ਹੀ ਸਰਲ ਸੋਹਣੇ ਤੇ ਸੁਚੱਜੇ ਢੰਗ ਨਾਲ ਸੰਗਤਾਂ ਨੂੰ ਸੁਣਾਇਆ ਕਰਦੇ ਸਨ, ਜੋ ਕਿ ਸੰਗਤ ਦੇ ਵੀ ਬਹੁਤ ਹੀ ਸੁਖੈਣ ਤਰੀਕੇ ਨਾਲ ਸਮਝ ਆ ਜਾਵੇ। ਅੱਜ ਲਈ ਇੰਨਾ ਹੀ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सेवक को निकटी होए दिखावे, जो जो कहे ठाकुर पै सेवक। जो जो कहे ठाकुर पै सेवक, तत्काल हो